ਅਮ੍ਰਿਤਾ ਪ੍ਰੀਤਮ ਦੀ ਸਾਹਿਤਿਕ ਸਵੈ ਜੀਵਨੀ ਦਾ ਹਿੱਸਾ ਹੈ ਤੀਸਰਾ ਰਸਤਾ। ਨਿੰਮ ਦੇ ਰੁੱਖ ਉੱਤੇ ਬੂਰ ਝੜਦਾ ਪਿਆ ਸੀ। ਹਵਾ ਦਾ ਰੁੱਖ ਬੂਰ ਦੀਆਂ ਮੁੱਠਾਂ ਭਰ ਭਰ ਕੇ ਮੇਰੀ ਮੰਜੀ 'ਤੇ ਸੁੱਟਦਾ ਪਿਆ ਸੀ ਅਤੇ ਫਿਰ ਇੰਝ ਹੋਇਆ ਕਿ ਅਸਮਾਨ ਉੱਤੋਂ ਚੰਨ ਹੇਠਾਂ ਨੂੰ ਉੜਿਆ ਅਤੇ ਰੁੱਖ ਦੀ ਇੱਕ ਟਾਹਣੀ ਨੂੰ ਹੱਥ ਪਾ ਕੇ ਅਤੇ ਉਹਦੇ ਤਣੇ ਨਾਲ ਪੈਰ ਅੜਾ ਕੇ ਰੁੱਖ ਦੇ ਉੱਤੇ ਬਹਿ ਗਿਆ। ਚਾਂਦਨੀ ਹੌਲੇ ਹੌਲੇ ਪੱਬ ਧਰਦੀ ਮੇਰੇ ਕੋਲ ਆ ਗਈ। ਆਈ ਤਾਂ ਅੱਗੇ ਵੀ ਕਈ ਵਾਰ ਸੀ, ਪਰ ਅੱਜ ਜਦੋਂ ਮੈਂ ਉਹਦੇ ਮੂੰਹ ਵੱਲ ਤੱਕਿਆ ਤਾਂ ਜਾਪਿਆ ਕਿ ਉਹ ਕੁਝ ਆਖਣ ਨੂੰ ਔੜਦੀ ਪਈ ਸੀ। ਉਹ ਮੇਰੀ ਮੰਜੀ ਦੀ ਸਰਹੰਦੀ ਵੱਲ ਖਲੋਤੀ ਹੋਈ ਸੀ। ਤੈਨੂੰ ਕਰਾਮਾਤ 'ਚ ਵਿਸ਼ਵਾਸ ਸੀ? ਉਹਨੇ ਕਿੰਨੇ ਚਿਰ ਪਿੱਛੋਂ ਹੌਲੀ ਜਿਹੀ ਆਖਿਆ ਅਤੇ ਮੇਰੀ ਮੰਜੀ ਦੀ ਬਾਹੀ 'ਤੇ ਬਹਿ ਗਈ। ਕਰਾਮਾਤ ਦੋ ਤਰ੍ਹਾਂ ਦੀ ਹੁੰਦੀ ਏ। ਸੱਖਣੇ ਵਲੇਲ ਜਦੋਂ ਕਿਸੇ ਪੂਰਤੀ ਦਾ ਮੂੰਹ ਨਹੀਂ ਵੇਖ ਸਕਦੇ ਤਾਂ ਜੋ ਕੁਝ ਨਹੀਂ ਵਾਪਰਦਾ ਉਹਦੇ ਵਾਪਰਨ ਦਾ ਕਿਆਸ ਕਰਕੇ ਮਨੁੱਖ ਉਹਦਾ ਨਾਂ ਕਰਾਮਾਤ ਧਰ ਲੈਂਦਾ ਹੈ। ਅਤੇ ਕਰਾਮਾਤ ਉਹ ਸ਼ਕਤੀ ਵੀ ਹੁੰਦੀ ਹੈ ਜਿਹੜੀ ਪਹਿਲੋਂ ਮਨੁੱਖ ਦੇ ਸੁਪਨੇ 'ਚ ਆਉਂਦੀ ਹੈ ਅਤੇ ਫਿਰ ਉਹਦੀਆਂ ਸੋਚਾਂ ਦਾ ਹੱਥ ਫੜ ਕੇ ਉਹਦੇ ਵਿਹੜੇ 'ਚ ਆ ਜਾਂਦੀ ਹੈ। ਜਿਹੜੀ ਸ਼ਕਤੀ ਮਨੁੱਖ ਦੀ ਪਹੁੰਚ ਵਿੱਚ ਆ ਸਕਣ ਵਾਲੀ ਨਹੀਂ ਜਾਪਦੀ, ਫਿਰ ਉਹਦੇ ਹੱਥੋਂ ਵਾਪਰ ਜਾਂਦੀ ਹੈ ਤਾਂ ਉਹਨੂੰ ਕਰਾਮਾਤ ਆਖਿਆ ਜਾਂਦਾ ਹੈ। ਮੈਨੂੰ ਇਸ ਦੂਸਰੀ ਤਰ੍ਹਾਂ ਦੀ ਕਰਾਮਾਤ 'ਚ ਪੂਰਾ ਵਿਸ਼ਵਾਸ ਹੈ। ਤਾਂ ਫਿਰ ਅੱਜ ਦੀ ਘਟਨਾ ਨੂੰ ਤੂੰ ਕਰਾਮਾਤ ਸਮਝ ਲਈ, ਦੂਸਰੀ ਤਰ੍ਹਾਂ ਦੀ ਕਰਾਮਾਤ। ਮੇਰਾ ਦਿਲ ਧੜਕਣ ਲੱਗ ਪਿਆ। ਤੂੰ ਸੁਣਿਆ ਹੋਏਗਾ ਕਿ ਫਲਾਣੇ ਮਨੁੱਖ ਨੇ ਵਰ੍ਹਿਆਂ ਬੱਧੀ ਤਪ ਕੀਤਾ ਅਤੇ ਉਹਦੇ ਤਪ ਤੋਂ ਖੁਸ਼ ਹੋ ਕੇ ਕਿਸੇ ਸ਼ਕਤੀ ਨੇ ਉਹਨੂੰ ਕੋਈ ਵਰ ਦੇ ਦਿੱਤਾ। ਤਪ ਤੋਂ ਭਾਵ ਕਠਿਨ ਮਿਹਨਤ ਦਾ ਹੁੰਦਾ ਹੈ। ਜੇ ਇੰਝ ਸੋਚਿਆ ਜਾਏ ਤਾਂ ਹਰ ਤਪੀ ਨੇ ਮਿਲਣ ਵਾਲੇ ਵਰ ਦਾ ਮੁੱਲ ਤਾਰ ਦਿੱਤਾ ਹੁੰਦਾ ਹੈ। ਮੈਂ ਵੀ ਬਿਲਕੁਲ ਇਸੇ ਤਰ੍ਹਾਂ ਸੋਚਦੀ ਹਾਂ ਅਤੇ ਅੱਜ ਤੈਨੂੰ ਇਹ ਆਖਣ ਵਾਸਤੇ ਆਈ ਸੀ ਕਿ ਤੂੰ ਆਪਣੀ ਕਲਮ ਦੀ ਮਿਹਨਤ ਨਾਲ ਜਿਹੜਾ ਮੁੱਲ ਤਾਰਿਆ ਹੈ ਉਹਦੇ ਇਵਜ਼ 'ਚ ਮੈਂ ਤੈਨੂੰ ਇੱਕ ਵਾਰ ਦੇਣ ਆਈ ਹਾਂ। ਇੱਕ ਵਾਰ ਤੂੰ ਜੋ ਚਾਹਵੇਂ ਮੈਂ ਦੇ ਸਕਦੀ ਹਾਂ। ਤੇਰੀ ਕਲਮ ਦੀ ਉਮਰ 25 ਵਰ੍ਹੇ ਹੋ ਗਈ ਏ। ਦੂਜੇ ਲਫ਼ਜ਼ਾਂ 'ਚ ਤੈਨੂੰ ਤਪ ਕਰਦਿਆਂ 25 ਵਰ੍ਹੇ ਹੋ ਗਏ ਨੇ। 25 ਤੋਂ ਵੀ ਬਹੁਤੇ। ਤੂੰ ਠੀਕ ਆਖਿਆ ਹੈ, ਸੱਚਮੁੱਚ ਇੰਨੇ ਵਰ੍ਹੇ ਹੋ ਗਏ ਨੇ। ਮੈਂ ਚਾਂਦਨੀ ਦੇ ਮੂੰਹ ਵੱਲ ਤੱਕਣ ਲੱਗ ਪਈ। ਨਿੰਮ ਦਾ ਬੂਰ ਝੜ ਕੇ ਉਹਦੀਆਂ ਜ਼ੁਲਫਾਂ 'ਚ ਪੈਂਦਾ ਪਿਆ ਸੀ। ਨਾ ਉਹਦੇ ਬੋਲਾਂ ਦੀ ਤਾਬ ਝੱਲੀ ਜਾਂਦੀ ਸੀ ਅਤੇ ਨਾ ਉਹਦੇ ਹੁਸਨ ਦੀ। ਕੀ ਵਰ ਮੰਗਾ? ਮੈਂ ਆਪਣੀਆਂ ਅੱਖਾਂ ਮੀਟ ਲਈਆਂ ਅਤੇ ਸੋਚਿਆ ਕਿ ਜਿਹੜਾ ਖਿਆਲ ਸਭ ਤੋਂ ਪਹਿਲਾਂ ਆਏਗਾ ਮੈਂ ਉਹੀ ਵਰ ਮੰਗਾਂਗੀ। ਦੁਨੀਆ 'ਚ ਬੜਾ ਕੁਝ ਉਸਰਦਾ ਪਿਆ ਹੈ, ਪਰ ਧਿਆਨ ਨਾਲ ਵੇਖੋ ਤਾਂ ਸਾਰੀ ਦੁਨੀਆ 'ਚ ਇੱਕ ਮਸ਼ੀਨੀ ਚੁਸਤੀ ਦਿਸਦੀ ਹੈ। ਕਿਸੇ ਸੁਪਨੇ ਦੀ ਪੂਰਤੀ ਕਿਤੇ ਨਹੀਂ ਦਿਸਦੀ। ਜ਼ਿੰਦਗੀ 'ਚ ਇਹੋ ਜਿਹੀ ਭਾਜੜ ਪਈ ਹੋਈ ਹੈ ਕਿ ਜਿਉਣ ਦੀ ਤਸੱਲੀ ਕਿਸੇ ਨੂੰ ਨਹੀਂ ਮਿਲਦੀ। ਕਿਤੇ ਕੁਝ ਇਹੋ ਜਿਹਾ ਗਲਤ ਹੈ ਕਿ ਜਿਉਣ ਦੀ ਸਾਦਾ ਜਿਹੀ ਖੁਸ਼ੀ ਨੂੰ ਵੀ ਮਨੁੱਖ ਹਾਸਲ ਨਹੀਂ ਕਰ ਸਕਦਾ। ਦੁਨੀਆ 'ਚ ਦਿਨੋਂ ਦਿਨ ਹਸਪਤਾਲ ਵੱਧਦੇ ਜਾਂਦੇ ਨੇ, ਪਾਗਲਖਾਨੇ ਵੱਧਦੇ ਜਾਂਦੇ ਨੇ, ਜੇਲ੍ਹ ਖਾਨੇ ਵੱਧਦੇ ਜਾਂਦੇ ਨੇ। ਲੋਕ ਇਹਨਾਂ 2-4 ਖਾਨਿਆਂ 'ਚ ਹੀ ਵੰਡੇ ਹੋਏ ਨੇ। ਇਹਨਾਂ ਤੋਂ ਬਾਹਰ ਕੋਈ ਨਹੀਂ। ਜਿਹੜੇ ਲੋਕ ਬਾਹਰ ਵਿਖਾਈ ਦਿੰਦੇ ਨੇ ਉਹ ਇਸ ਤਰ੍ਹਾਂ ਹੀ ਨੇ ਜਿਵੇਂ ਇਹਨਾਂ ਖਾਨਿਆਂ 'ਚ ਥਾਂ ਥੋੜ੍ਹੀ ਹੋਵੇ, ਲੋਕ ਬਹੁਤੇ ਹੋਣ ਅਤੇ ਮਜਬੂਰਨ ਬਾਹਰ ਰਹਿ ਗਏ ਹੋਣ। ਅਸਲ 'ਚ ਬਾਹਰ ਰਹਿਣ ਦੇ ਕਾਬਲ ਤਾਂ ਕੋਈ ਵਿਰਲੇ ਹੀ ਹਨ। ਮੇਰੀ ਗੱਲ ਸੁਣ ਕੇ ਚਾਂਦਨੀ ਹੱਸਣ ਲੱਗ ਪਈ ਅਤੇ ਕਹਿਣ ਲੱਗੀ, ਤੂੰ ਕੀ ਚਾਹੁੰਦੀ ਹੈ ਕਿ ਮਨੁੱਖ ਦੀ ਜ਼ਾਤ ਨੂੰ ਇਹਨਾਂ ਖਾਨਿਆਂ 'ਚੋਂ ਕੱਢ ਕੇ ਧਰਤੀ ਉੱਤੇ ਹੱਸਦਿਆਂ ਖੇਡਦਿਆਂ ਵਸਣ ਦਾ ਵਰ ਦੇ ਦਿਆਂ? ਚਾਹੁੰਦੀ ਹਾਂ, ਪਰ ਇਹ ਕਰਾਮਾਤ ਉਸੇ ਤਰ੍ਹਾਂ ਦੀ ਕਰਾਮਾਤ ਹੋਏਗੀ ਜਿਹਨੂੰ ਹਾਸਲ ਕਰਨ ਲਈ ਕਿਸੇ ਨੇ ਉਹਦਾ ਮੁੱਲ ਨਾ ਤਾਰਿਆ ਹੋਵੇ, ਕੋਈ ਉਹਦੇ ਕਾਬਲ ਨਾ ਬਣਿਆ ਹੋਵੇ। ਉਹ ਮਨੁੱਖ ਨੂੰ ਮਿਲ ਵੀ ਜਾਏ ਤਾਂ ਮਨੁੱਖ ਨੂੰ ਉਹਦੀ ਕਦਰ ਨਹੀਂ ਹੋਏਗੀ, ਨਾ ਹੀ ਉਹ ਬਹੁਤਾ ਚਿਰ ਇਸ ਹਾਲਤ ਨੂੰ ਕਾਇਮ ਰੱਖ ਸਕੇਗਾ। ਹਰ ਇੱਕ ਅਵਸਥਾ ਨੂੰ ਕਮਾਉਣਾ ਪੈਂਦਾ ਹੈ। ਮੈਂ ਸਿਰਫ ਇਹ ਚਾਹੁੰਦੀ ਹਾਂ ਕਿ ਦੁਨੀਆ ਦੀ ਇਸ ਸਾਰੀ ਬਣਤਰ ਵਿੱਚ ਜਿੱਥੇ ਕੁਝ ਵੀ ਗਲਤ ਹੈ ਮੈਂ ਉਹਨੂੰ ਜਾਣ ਸਕਾਂ। ਉਹਦਾ ਉਪਰਾਲਾ ਇਨਸਾਨ ਆਪੇ ਕਰੇਗਾ, ਉਹਨੂੰ ਆਪ ਹੀ ਕਰਨਾ ਚਾਹੀਦਾ ਹੈ। ਜਿੱਥੇ ਜੋ ਕੁਝ ਵੀ ਗਲਤ ਹੁੰਦਾ ਹੈ, ਚਲਾਕ ਲੋਕਾਂ ਨੇ ਉਸ ਥਾਂ ਨੂੰ ਬੜਾ ਕੱਜ ਵਲੇਟ ਕੇ ਰੱਖਿਆ ਹੋਇਆ ਹੈ। ਮੈਂ ਥੋੜ੍ਹੇ ਚਿਰ ਲਈ ਉਹ ਬੇਨਕਾਬ ਕਰਕੇ ਤੈਨੂੰ ਵਿਖਾ ਦਿਆਂਗੀ। ਸੱਚ, ਮੈਂ ਤੈਨੂੰ ਇੱਕ ਵਰ ਦੇਣ ਦਾ ਇਕਰਾਰ ਕੀਤਾ ਹੋਇਆ। ਮੈਂ ਆਪਣੇ ਇਕਰਾਰ 'ਤੇ ਪੱਕੀ ਹਾਂ। ਚੱਲ ਉੱਠ, ਮੇਰੇ ਨਾਲ ਚੱਲ। ਮੈਂ ਨਹੀਂ ਸੀ ਚਾਹੁੰਦੀ ਕਿ ਰਾਹ ਜਾਂਦਿਆਂ ਮੈਨੂੰ ਕੋਈ ਵੇਖੇ, ਇਸ ਲਈ ਮੈਂ ਚਾਂਦਨੀ ਦੇ ਪਰਛਾਵੇਂ ਵਿੱਚ ਤੁਰਨ ਲੱਗ ਪਈ। ਹਨੇਰਾ ਕੀ ਹੁੰਦਾ ਹੈ? ਚਾਂਦਨੀ ਦਾ ਪਰਛਾਵੇਂ ਤਾਂ ਹੁੰਦਾ ਹੈ। ਚਾਂਦਨੀ ਨੇ ਮੈਨੂੰ ਦੱਸਿਆ। ਪਹਿਲੋਂ ਕਿੱਥੇ ਚੱਲੀਏ? ਥੋੜ੍ਹੀ ਜਿਹੀ ਵਾਟ ਤੁਰ ਕੇ ਉਹਨੇ ਮੈਨੂੰ ਪੁੱਛਿਆ। ਪਹਿਲੋਂ ਮੈਂ ਉਸ ਕਾਰਖਾਨੇ ਨੂੰ ਵੇਖਣਾ ਚਾਹੁੰਦੀ ਹਾਂ ਜਿੱਥੇ ਲੋਕਾਂ ਵਾਸਤੇ ਲਿਖੇ ਅਤੇ ਅਣਲਿਖੇ ਕਾਨੂੰਨ ਘੜੇ ਜਾਂਦੇ ਨੇ। ਤੂੰ ਬੜੀ ਠੀਕ ਥਾਂ ਉੱਤੇ ਹੱਥ ਰੱਖਿਆ ਹੈ। ਜਾਪਦਾ ਇਹੋ ਠੀਕ ਥਾਂ ਸਾਰੀਆਂ ਗਲਤ ਥਾਵਾਂ ਦਾ ਮੁੱਢ ਏ। ਕਾਰਖਾਨਾ ਤਾਂ ਇਸ ਵੇਲੇ ਬੰਦ ਹੋਏਗਾ, ਪਰ ਜਿਹੜੇ ਲੋਕ ਇਸ ਕਾਰਖਾਨੇ ਨੂੰ ਚਲਾਉਂਦੇ ਨੇ ਉਹਦਾ ਮੰਤਵ ਇਸ ਵੇਲੇ ਵੀ ਜਾਗਦਾ ਪਿਆ ਹੈ। ਮੈਂ ਤੈਨੂੰ ਉਹਦੇ ਕੋਲ ਲੈ ਚੱਲਣੀ ਹਾਂ। ਅੱਛਾ, ਇੱਕ ਗੱਲ ਮੈਂ ਤੈਨੂੰ ਪਹਿਲੋਂ ਦੱਸ ਦਿਆਂ ਕਿ ਮੰਤਵ ਵਿੱਚ ਇੱਕ ਖੂਬੀ ਹੁੰਦੀ ਹੈ ਕਿ ਦਿਨ ਵੇਲੇ ਜਦੋਂ ਲੋਕਾਂ ਦੇ ਸਾਹਮਣੇ ਹੁੰਦਾ ਉਹਦੀ ਸ਼ਕਲ ਹੋਰ ਹੁੰਦੀ ਹੈ। ਉਹਦਾ ਮੂੰਹ ਬੜਾ ਨਰਮ ਅਤੇ ਖੂਬਸੂਰਤ ਹੁੰਦਾ। ਉਹਦੇ ਮੂੰਹ 'ਚੋਂ ਨਿਕਲੀਆਂ ਗੱਲਾਂ ਬੜੀਆਂ
ਕੂਲੀਆਂ ਤੇ ਮਿੱਠੀਆਂ ਹੁੰਦੀਆਂ ਨੇ, ਪਰ ਰਾਤ ਨੂੰ ਜਦੋਂ ਇਕੱਲਾ ਹੁੰਦਾ ਹੈ ਉਹਦੀ ਸ਼ਕਲ ਬੜੀ ਭਿਆਨਕ ਹੋ ਜਾਂਦੀ ਹੈ। ਤੂੰ ਉਹਨੂੰ ਵੇਖ ਕੇ ਡਰ ਜਾਏਂਗੀ। ਇੰਜ ਜਾਪਦਾ ਜਿਵੇਂ ਕਿਸੇ ਨੇ ਲਫ਼ਜ਼ਾਂ ਨੂੰ ਸਿੱਧੇ ਪਾਸਿਓਂ ਉਧੇੜ ਕੇ ਪੁੱਠੇ ਪਾਸਿਓਂ ਸਿਉਂ ਦਿੱਤਾ ਹੋਵੇ। ਅਜੇ ਤਾਂ ਤੂੰ ਇੱਕੋ ਹੀ ਲਫ਼ਜ਼ ਸੁਣਿਆ ਹੈ, ਮੰਤਵ। ਇਹੋ ਜਿਹੇ ਕਈਆਂ ਲਫ਼ਜ਼ਾਂ ਨਾਲ ਤੇਰਾ ਵਾਹ ਪਏਗਾ। ਵੇਖ, ਅਸੀਂ ਕਿੰਨਿਆਂ ਪਹਿਰਿਆਂ ਵਿੱਚੋਂ ਲੰਘ ਆਈਆਂ। ਅੱਛਾ, ਹੌਲੀ, ਜਿਹਨੂੰ ਅਸੀਂ ਵੇਖਣ ਆਈਆਂ ਉਹਦੀ ਸਿੰਘਾਸਣ ਵਰਗੀ ਮੰਜੀ ਸਾਹਮਣੇ ਡੱਠੀ ਹੋਈ ਏ। ਮੰਜੇ ਦੇ ਦੁਆਲੇ ਰੇਸ਼ਮ ਦੀ ਮੱਛਰਦਾਨੀ ਵਲੀ ਹੋਈ ਏ। ਇਸੇ ਮੱਛਰਦਾਨੀ 'ਚੋਂ ਸੁੱਤਾ ਪਿਆ, ਪਰ ਇੰਜ ਉਹ ਸਾਨੂੰ ਦਿਸੇਗਾ ਕਿਸ ਤਰ੍ਹਾਂ? ਨਾ ਦਿਸੇ ਤਾਂ ਇੱਕ ਗੱਲੇ ਚੰਗਾ ਹੀ ਹੈ। ਉਹਦੀ ਸ਼ਕਲ ਬੜੀ ਭਿਆਨਕ ਏ, ਤੂੰ ਵੇਖ ਕੇ ਡਰ ਜਾਏਂਗੀ। ਉਂਝ ਉਹਦੀਆਂ ਗੱਲਾਂ ਵੀ ਉਹਦੀ ਸ਼ਕਲ ਵਾਂਗ ਭਿਆਨਕ ਨੇ, ਪਰ ਉਹ ਤਾਂ ਤੈਨੂੰ ਸੁਣਨੀਆਂ ਹੀ ਪੈਣਗੀਆਂ, ਕਿਉਂਕਿ ਉਹ ਸੁਣਨ ਵਾਸਤੇ ਤੂੰ ਆਈ ਹੈ। ਮੱਛਰਦਾਨੀ 'ਚੋਂ ਇੱਕ ਘਾਬਰੀ ਹੋਈ ਆਵਾਜ਼ ਆਈ। ਅੱਜ ਤੂੰ ਫਿਰ ਕਿਸੇ ਨੂੰ ਨਾਲ ਲੈ ਕੇ ਆ ਗਈ ਹੈ। ਮੈਂ ਤੈਨੂੰ ਕਈ ਵਾਰ ਆਖਿਆ ਕਿ ਜੇ ਤੂੰ ਕਿਸੇ ਨੂੰ ਮੇਰੇ ਨਾਲ ਮਿਲਾਉਣਾ ਹੋਵੇ ਤਾਂ ਉਹਨੂੰ ਦਿਨ ਵੇਲੇ ਭੇਜਿਆ ਕਰ। ਦਿਨ ਵੇਲੇ ਤਾਂ ਤੈਨੂੰ ਕੋਈ ਵੀ ਮਿਲ ਸਕਦਾ, ਐਵੇਂ ਨਾ ਨੁੱਕਰ ਕਰਨ ਦਾ ਕੀ ਫਾਇਦਾ? ਤੈਨੂੰ ਚੰਗਾ ਭਲਾ ਪਤਾ ਹੈ ਤੂੰ ਮੇਰਾ ਆਖਿਆ ਨਹੀਂ ਮੋੜ ਸਕਦਾ। ਅੱਛਾ ਦੱਸ, ਕੀ ਆਖਣੀ ਹੈ? ਇਹ ਜੋ ਕੁਝ ਤੈਨੂੰ ਪੁੱਛੇ ਤੂੰ ਇਹਦੇ ਸਵਾਲਾਂ ਦੇ ਜਵਾਬ ਸੱਚੇ ਦੇ, ਤੇ ਜੋ ਤੂੰ ਦਿਨ ਵੇਲੇ ਕਿਸੇ ਨੂੰ ਨਹੀਂ ਦਿੰਦਾ। ਅੱਛਾ ਅੱਛਾ ਆਖਣ ਦੀ ਆਵਾਜ਼ ਆਈ, ਪਰ ਨਾਲ ਹੀ ਇਸ ਤਰ੍ਹਾਂ ਆਵਾਜ਼ ਆਈ ਜਿਵੇਂ ਕੋਈ ਗੁੱਸੇ 'ਚ ਆਪਣੇ ਦੰਦ ਪੀਂਦਾ ਹੋਵੇ। ਸਭ ਤੋਂ ਪਹਿਲੀ ਗੱਲ ਮੈਂ ਤੈਨੂੰ ਇਹ ਪੁੱਛਣੀ ਹੈ ਕਿ ਜਿਸ ਕਾਰਖਾਨੇ 'ਚ ਕਿਸੇ ਮੁਲਕ ਦੇ ਕਾਨੂੰਨ ਘੜੇ ਜਾਂਦੇ ਨੇ, ਉਸ ਕਾਰਖਾਨੇ ਦੇ ਮਾਲਕ ਕੌਣ ਹੁੰਦੇ ਨੇ? ਮੈਂ ਮੱਛਰਦਾਨੀ ਦੇ ਕੋਲ ਖਲੋ ਕੇ ਪੁੱਛਿਆ। ਜ਼ੋਰਾਵਰ ਤਾਂ ਧਿੰਗਾਣਾ ਕਰਨ ਵਾਲੇ ਨੂੰ ਆਖਦੇ ਨੇ, ਪਰ ਜਿਹੜੇ ਲੋਕ ਆਪਣੇ ਧਿੰਗਾਣੇ ਨੂੰ ਕਾਨੂੰਨ ਦੀ ਮਦਦ ਨਾਲ ਜਾਇਜ਼ ਨਹੀਂ ਬਣਾ ਸਕਦੇ, ਇਹ ਉਹ ਲੋਕ ਨਹੀਂ ਹੁੰਦੇ। ਇਸ ਕਾਰਖਾਨੇ ਦੇ ਮਾਲਕ ਕਿੰਨਾ ਚਿਰ ਇਹਦੇ ਮਾਲਕ ਰਹਿੰਦੇ ਨੇ? ਜਿੰਨਾ ਚਿਰ ਕੋਈ ਹੋਰ ਇਹਨਾਂ ਤੋਂ ਜ਼ੋਰਾਵਰ ਇਹ ਮਾਲਕੀ ਖੋਹ ਲੈਣ ਜਾਂ ਜਿੱਤ ਲੈਣ ਦਾ ਇਸ ਗੱਲ ਨਾਲ ਕੋਈ ਤਾਲੁਕ ਨਹੀਂ, ਕਿਉਂਕਿ ਜਿੱਤੀ ਹੋਈ ਚੀਜ਼ ਉਹਨੂੰ ਆਖਣਾ ਚਾਹੀਦਾ ਜੋ ਕਾਰਨ ਨਾਲ ਤੇ ਦਲੀਲ ਨਾਲ ਜਿੱਤੀ ਹੋਵੇ। ਇਹ ਮਾਲਕੀ ਜਦੋਂ ਬਦਲਦੀ ਹੈ, ਇਹਦਾ ਕਾਰਨ ਨਾਲ ਤੇ ਦਲੀਲ ਨਾਲ ਕੋਈ ਸਬੰਧ ਨਹੀਂ ਹੁੰਦਾ। ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਕਦੀ ਕਿਸੇ ਦੀ ਜ਼ਹਿਨੀ ਤਾਕਤ ਇੰਨੀ ਵੱਧ ਜਾਏ ਕਿ ਉਹ ਇਸ ਅਨਿਆਇਕ ਤਾਕਤ ਉਸ 'ਤੇ ਜਿੱਤ ਹਾਸਲ ਕਰ ਲਏ। ਹੋ ਜਾਂਦਾ ਕਦੀ ਕਦਾਈ, ਪਰ ਅਕਸਰ ਛੇਤੀ ਉਸ ਨਾਲ ਕੋਈ ਦੁਖਾਂਤ ਵਾਪਰ ਜਾਂਦਾ ਹੈ। ਜ਼ੋਰਾਵਰ ਲੋਕ ਇਸ ਖਤਰੇ ਤੋਂ ਜਾਣੂ ਹੁੰਦੇ ਆ, ਇਸ ਲਈ ਸਾਰੀ ਬਣਤਰ ਨੂੰ ਇਸ ਤਰ੍ਹਾਂ ਬਣਾਉਂਦੇ ਨੇ ਕਿ ਦੁਖਾਂਤ ਨੂੰ ਵਾਪਰਨਾ ਪੈਂਦਾ ਹੈ। ਤੇ ਨਾਲੇ ਤੈਨੂੰ ਪਤਾ ਹੋਣਾ ਚਾਹੀਦਾ ਕਿ ਕਾਨੂੰਨਾਂ ਨੂੰ ਸਿਰਫ ਲੋਕਾਂ ਦੇ ਜਿਸਮ ਹੀ ਧਾਰਨ ਨਹੀਂ ਕਰਦੇ, ਲੋਕਾਂ ਦੇ ਦਿਲ ਦਿਮਾਗ ਵੀ ਉਹਨਾਂ ਨੂੰ ਪਹਿਨਦੇ ਆ। ਮੈਂ ਇਹੋ ਪੁੱਛਣ ਲੱਗੀ ਸੀ ਕਿ ਜਿਸਮ ਦਾ ਆਕਾਰ ਇੱਕ ਹੱਦ ਉੱਤੇ ਆ ਕੇ ਸਭਨਾਂ ਲਈ ਰੁਕ ਜਾਂਦਾ ਹੈ, ਪਰ ਕਿਸੇ ਦੇ ਦਿਲ ਦਿਮਾਗ ਦੇ ਆਕਾਰ ਵਾਸਤੇ ਕੋਈ ਹੱਦ ਨਹੀਂ ਹੁੰਦੀ। ਤੇ ਜੇ ਕਿਸੇ ਦਾ ਦਿਲ ਦਿਮਾਗ ਇੰਨਾ ਉੱਨਤ ਹੋ ਜਾਏ ਕਿ ਤੁਹਾਡੀ ਕਾਨੂੰਨ ਤੇ ਤੁਹਾਡੇ ਅਸੂਲ ਉਹਦੇ ਦੁਆਲੇ ਪੂਰੇ ਨਾ ਹੋਣ, ਤਾਂ ਫਿਰ ਤੁਸੀਂ ਕੀ ਕਰਦੇ ਹੋ? ਕਾਨੂੰਨ ਤਾਂ ਇੱਕੋ ਮੇਚੇ ਦੇ ਸੀਤੇ ਕੱਪੜਿਆਂ ਵਾਂਗ ਹੁੰਦੇ ਨੇ। ਜਿਹਦੇ ਦਿਲ ਦਿਮਾਗ ਨੂੰ ਪੂਰੇ ਨਾ ਹੋਣ, ਅਸੀਂ ਉਹਦਾ ਦਿਲ ਦਿਮਾਗ ਕਤਰ ਕੇ ਕਾਨੂੰਨਾਂ ਦੇ ਮੁਤਾਬਕ ਕਰ ਦਿੰਦੇ ਹਾਂ। ਸੁੱਤਾ 20 ਦੇ 100 ਦੇ ਮੁਤਾਬਕ ਤੇ ਸੈਂਕੜੇ 20 ਦੇ 100 ਦੇ ਮੁਤਾਬਕ। ਮੇਰੇ ਸਿਰ ਨੂੰ ਜ਼ੋਰ ਦੀ ਚੱਕਰ ਆਇਆ। ਮੱਛਰਦਾਨੀ 'ਚੋਂ ਖਿੜਖਿੜਾ ਕੇ ਹੱਸਣ ਦੀ ਆਵਾਜ਼ ਆਈ, ਤੇ ਨਾਲ ਹੀ ਆਵਾਜ਼ ਆਈ, ਤੂੰ ਮੇਰਾ ਨਾਂ ਅਜੇ ਤੱਕ ਨਹੀਂ ਪੁੱਛਿਆ। ਮੈਂ ਤੇਰਾ ਨਾਂ ਜਾਣਦੀ ਹਾਂ, ਮੰਤਵੀ ਦੀ ਮੰਜ਼ਿਲ, ਹਕੂਮਤ। ਕੋਈ ਹੋਰ ਸਵਾਲ? ਸੋਚ ਰਹੀ ਹਾਂ ਕਿ ਦੁਨੀਆ ਦੇ ਸਕੂਲ ਕਾਲਜ ਕਿਸੇ ਦਿਨ ਇੰਨਿਆਂ ਲੋਕਾਂ ਦੇ ਦਿਲ ਦਿਮਾਗ ਉੱਨਤ ਕਰ ਦੇਣਗੇ ਕਿ ਇੰਨਿਆਂ ਦਿਮਾਗਾਂ ਨੂੰ ਕਤਰਿਆ ਨਹੀਂ ਜਾ ਸਕੇਗਾ। ਸਕੂਲ ਸਿਰਫ ਇਸ ਕੰਮ ਆਉਂਦੇ ਹੈ ਕਿ ਲੋਕ ਜਦੋਂ ਉਹਨਾਂ ਦੀਆਂ ਡਿਗਰੀਆਂ ਲੈ ਲੈਂਦੇ ਨੇ, ਉਹ ਹਕੂਮਤ ਦੇ ਹੱਥਾਂ ਵਿੱਚ ਪਕੜਨ ਵਾਸਤੇ ਚੰਗੇ ਔਜ਼ਾਰ ਬਣ ਸਕਦੇ ਨੇ, ਹੋਰ ਕੁਛ ਨਹੀਂ। ਜੇ ਕੁਛ ਲੋਕ ਬਹੁਤੇ ਹੀ ਅੱਖੜ ਨਿਕਲ ਆਉਣ ਤਾਂ ਉਹਨਾਂ ਨੂੰ ਅਸੀਂ ਖਰੀਦ ਲੈਂਦੇ ਹਾਂ, ਅਤੇ ਜੇ ਉਹ ਖਰੀਦੇ ਨਾ ਜਾ ਸਕਣ ਤਾਂ ਅਸੀਂ ਉਹਨਾਂ ਦੀ ਮੱਤ ਪੁੱਠੀ ਕਰ ਦਿੰਦੇ ਹਾਂ। ਮਸਲਨ ਅਸੀਂ ਉਹਨਾਂ ਨੂੰ ਸਿਖਾ ਦਿੰਦੇ ਹਾਂ ਕਿ 100 ਸਿਆਣਿਆਂ ਇੱਕੋ ਮੱਤ, ਹਾਲਾਂਕਿ ਹੁੰਦਾ ਇੰਝ ਹੈ ਕਿ 100 ਮੂਰਖਾਂ ਇੱਕੋ ਮੱਤ। ਅਤੇ ਜੇ ਉਹਨਾਂ ਦੀ ਮੱਤ ਪੁੱਠੀ ਨਾ ਕੀਤੀ ਜਾ ਸਕੇ ਤਾਂ ਅਸੀਂ ਇਸੇ ਜਨਮ 'ਚ ਉਹਨਾਂ ਨੂੰ ਨਰਕ ਵਿਖਾ ਦਿੰਦੇ ਹਾਂ। ਅਗਲੇ ਜਨਮ ਦੇ ਨਰਕ ਦਾ ਉਧਾਰ ਵੀ ਨਹੀਂ ਕਰਦੇ, ਬੜਾ ਨਗਦ ਸੌਦਾ ਕਰਦੇ ਹਾਂ। ਤੁਸੀਂ ਕਿਹੜੀਆਂ ਗੱਲਾਂ 'ਚ ਲੋਕਾਂ ਦੀ ਮੱਤ ਪੁੱਠੀ ਕਰ ਸਕਦੇ ਹੋ? ਹਰ ਗੱਲ 'ਚ, ਮੁਹੱਬਤ ਦੀ ਗੱਲ 'ਚ ਵੀ। ਮੁਹੱਬਤ ਦੀ ਜਿਹੜੀ ਤਸਵੀਰ ਅਸਾਂ ਲੋਕਾਂ ਵਾਸਤੇ ਬਣਾਈ ਏ, ਉਹਦੇ 'ਚ ਮੁਹੱਬਤ ਅਸਲੋਨੀ ਹੁੰਦੀ ਹੈ। ਹਾਲਾਂਕਿ ਮੁਹੱਬਤ ਦੀਆਂ ਅੱਖਾਂ ਇੰਨੀਆਂ ਰੌਸ਼ਨ ਹੁੰਦੀਆਂ ਨੇ ਕਿ ਉਹ ਸਿਰਫ ਜਿਸਮ ਨੂੰ ਨਹੀਂ ਵੇਖਦੀਆਂ, ਜਿਸਮ ਦੇ ਅੰਦਰ ਕੱਜੀ ਵਲੇਟੀ ਹੋਈ ਆਤਮਾ ਨੂੰ ਵੀ ਵੇਖ ਲੈਂਦੀਆਂ ਨੇ। ਨਾਲੇ ਅਸਾਂ ਹਰ ਛੋਟੀ ਮੋਟੀ ਖਿੱਚ ਦਾ ਨਾਮ ਮੁਹੱਬਤ ਰੱਖ ਦਿੱਤਾ ਹੈ, ਅਤੇ ਛੋਟੀ ਮੋਟੀ ਖਿੱਚ ਜਦੋਂ ਟੁੱਟ ਜਾਂਦੀ ਹੈ ਅਸੀਂ ਮੁਹੱਬਤ ਨੂੰ ਹਾਸੋ-ਹੀਣੀ ਕਰ ਦਿੰਦੇ ਹਾਂ। ਇੱਕ ਸਵਾਲ ਹੋਰ, ਹਕੂਮਤ ਦੇ ਨਸ਼ੇ ਨੂੰ ਪੂਰਿਆਂ ਕਰਨ ਲਈ ਇਹ ਕਿਉਂ ਜ਼ਰੂਰੀ ਹੈ ਕਿ ਕੁਝ ਲੋਕਾਂ ਨੂੰ ਛੱਡ ਕੇ ਮੁਲਕ ਦੇ ਬਾਕੀ ਲੋਕਾਂ ਨੂੰ ਢਿੱਡੋਂ ਭੁੱਖਿਆਂ ਤੇ ਪਿੰਡਿਓਂ ਨੰਗਿਆਂ ਰੱਖਿਆ ਜਾਏ?
ਮਾਲਕ ਤੇ ਗੁਲਾਮ ਦਾ ਰਿਸ਼ਤਾ ਸਿਰਫ ਇਸੇ ਤਰ੍ਹਾਂ ਹੀ ਕਾਇਮ ਰਹਿ ਸਕਦਾ ਹੈ। ਪਰ ਲੋਕ ਆਪਣੀ ਗਰੀਬੀ ਤੋਂ ਆਕੀ ਨਹੀਂ ਹੋ ਜਾਂਦੇ। ਅਸੀਂ ਜਿਹੜੀ ਸਿੱਖਿਆ ਉਹਨਾਂ ਨੂੰ ਦਿੰਦੇ ਹਾਂ, ਉਹਨਾਂ ਨੂੰ ਆਕੀ ਨਹੀਂ ਹੋਣ ਦਿੰਦੇ। ਮਸਲਨ ਅਸੀਂ ਉਹਨਾਂ ਨੂੰ ਸਿਖਾ ਦਿੰਦੇ ਹਾਂ ਕਿ ਕਰਮਾ ਸੰਦੜਾ ਖੇਤ, ਹਾਲਾਂਕਿ ਖੇਤ ਚੰਗੀ ਜ਼ਮੀਨ ਦਾ ਸਦਕਾ ਹੁੰਦਾ ਹੈ, ਚੰਗੇ ਬੀਜ ਦਾ ਸਦਕਾ ਹੁੰਦਾ ਹੈ ਅਤੇ ਵੇਲੇ ਸਿਰ ਪਾਣੀ ਦਾ ਸਦਕਾ ਹੁੰਦਾ ਹੈ। ਪਰ ਅਸੀਂ ਸਾਰਾ ਦੋਸ਼ ਉਹਨਾਂ ਦੇ ਕਰਮਾਂ 'ਤੇ ਲਾ ਕੇ ਉਹਨਾਂ ਦੀਆਂ ਅੱਖਾਂ 'ਚ ਸੁਰਖਰੂ ਹੋ ਜਾਂਦੇ ਹਾਂ। ਅਤੇ ਨਾਲੇ ਜਦੋਂ ਵੀ ਆਪਣੇ ਕਿਸੇ ਗੁਆਂਢੀ ਮੁਲਕ ਨਾਲ ਜੰਗ ਛੇੜਨੀ ਹੁੰਦੀ ਹੈ, ਇਹੋ ਭੁੱਖੇ ਅਤੇ ਨੰਗੇ ਲੋਕ ਸਾਡੇ ਹੱਥਾਂ ਦਾ ਹਥਿਆਰ ਬਣ ਸਕਦੇ ਨੇ। ਬਾਹੂਬਲ ਨਾਲ ਅਸੀਂ ਦੂਜਿਆਂ ਦੀ ਧਰਤੀ 'ਤੇ ਦੂਜਿਆਂ ਦਾ ਅੰਤ ਖੋਹ ਲੈਂਦੇ ਹਾਂ। ਜੇ ਇਹ ਸਾਡੇ ਭੁੱਖੇ ਅਤੇ ਨੰਗੇ ਲੋਕ ਹਜ਼ਾਰਾਂ ਦੀ ਗਿਣਤੀ 'ਚ ਮਰ ਵੀ ਜਾਣ ਤਾਂ ਵੀ ਫਰਕ ਨਹੀਂ ਪੈਂਦਾ, ਸਗੋਂ ਬਹੁਤੀ ਆਬਾਦੀ ਦੀ ਮੁਸ਼ਕਿਲ ਹੱਲ ਹੋ ਜਾਂਦੀ ਹੈ ਅਤੇ ਸਾਡੇ ਹਿੱਸੇ ਅਨਾਜ ਹੋਰ ਬਹੁਤਾ ਆ ਜਾਂਦਾ ਹੈ। ਮੈਂ ਮੱਛਰਦਾਨੀ ਵੱਲੋਂ ਮੂੰਹ ਮੋੜ ਲਿਆ ਅਤੇ ਚਾਂਦਨੀ ਨੂੰ ਹੱਥ ਨਾਲ ਇਸ਼ਾਰਾ ਕੀਤਾ ਕਿ ਉਹ ਮੈਨੂੰ ਕਿਤੇ ਪਰਾਂ ਲੈ ਜਾਏ। ਮੈਂ ਅਤੇ ਚਾਂਦਨੀ ਕੁਝ ਦੇਰ ਬੜੀ ਵੀਰਾਨ ਥਾਂ 'ਤੇ ਬੈਠੀਆਂ ਰਹੀਆਂ। ਜਦੋਂ ਕੁਝ ਸਾਹ ਕੱਢ ਲਿਆ ਤਾਂ ਚਾਂਦਨੀ ਨੇ ਮੈਨੂੰ ਪੁੱਛਿਆ, ਹੁਣ ਮੈਂ ਹੋਰ ਕਿਹੜੀ ਥਾਂ ਵੇਖਣਾ ਚਾਹੁੰਦੀ ਸੀ। ਹਰ ਮੁਲਕ 'ਚ ਬੜੇ ਧਰਮ ਅਸਥਾਨ ਹੁੰਦੇ ਨੇ। ਇਹਨਾਂ ਦੇ ਹੁੰਦਿਆਂ ਹੋਇਆਂ ਵੀ ਮਨੁੱਖ ਨੂੰ ਨਾ ਕਦੇ ਜ਼ਿੰਦਗੀ ਮਿਲੀ ਹੈ ਨਾ ਖੁਸ਼ੀ। ਇਹਨਾਂ ਦਾ ਵੀ ਇੱਕ ਮੰਤਵ ਹੁੰਦਾ। ਚੱਲ ਮੈਂ ਤੈਨੂੰ ਉਹਦੇ ਕੋਲ ਲੈ ਜਾਵਾਂ। ਇਹ ਵੀ ਜ਼ੋਰਾਂਵਰਾਂ ਦੇ ਮੰਤਵ ਵਾਂਗ ਦੋ ਮੂੰਹਾਂ ਵਾਲਾ ਹੋਏਗਾ। ਤੂੰ ਆਪਣੀ ਅੱਖਾਂ ਨਾਲ ਵੇਖ ਲਈ। ਮੈਂ ਤੇ ਚਾਂਦਨੀ ਜਦੋਂ ਉਹਦੇ ਕੋਲ ਪਹੁੰਚੀਆਂ ਤਾਂ ਉਹਨੇ ਆਪਣੇ ਸਾਰੇ ਪਿੰਡੇ ਉੱਤੇ ਵਿਭੂਤੀ ਰਮਾਈ ਸੀ। ਉਹਦੇ ਮੂੰਹ ਦਾ ਅਸਲੀ ਰੰਗ ਮੈਂ ਨਹੀਂ ਸੀ ਵੇਖ ਸਕਦੀ, ਪਰ ਮੈਂ ਉਹਦੀ ਆਵਾਜ਼ ਸੁਣ ਸਕਦੀ ਸਾਂ। ਉਹ ਚਾਂਦਨੀ ਨੂੰ ਵੇਖ ਕੇ ਤ੍ਰਹਿ ਗਿਆ, ਆਖਣ ਲੱਗਾ, ਮੈਨੂੰ ਪਤਾ ਮੈਂ ਕਿਸੇ ਕੁੰਦਰ 'ਚ ਵੀ ਚਲਾ ਜਾਵਾਂ ਤਾਂ ਮੈਂ ਤੇਰੇ ਕੋਲੋਂ ਨਹੀਂ ਛੁਪ ਸਕਦਾ। ਅੱਜ ਤੂੰ ਕਿਹਨੂੰ ਆਪਣੇ ਨਾਲ ਲਿਆਈਆਂ ਕਿਸੇ ਨੂੰ। ਇਹ ਤੈਨੂੰ ਜੋ ਕੁਝ ਪੁੱਛੇ ਤੂੰ ਉਹਦਾ ਜਵਾਬ ਦੇ ਦੇ। ਉਹ ਜਵਾਬ ਜਿਹੜਾ ਤੂੰ ਆਪਣੇ ਮੁਰੀਦਾਂ 'ਚੋਂ ਕਿਸੇ ਨੂੰ ਨਹੀਂ ਦਿੰਦਾ। ਮੈਂ ਲੱਖਾਂ ਲੋਕਾਂ ਨੂੰ ਆਪਣੇ ਮੁਹਤਾਜ ਬਣਾ ਲਿਆ, ਪਰ ਤੇਰੀ ਮੁਹਤਾਜੀ ਨਾ ਮੁੱਕੀ। ਅੱਛਾ ਪੁੱਛ ਲੈ ਜੋ ਕੁਝ ਪੁੱਛਣਾ ਹੀ, ਜਿਹਦੇ ਕੋਲੋਂ ਮਰਜ਼ੀ ਉਹ ਪੁੱਛਵਾ ਲੈ। ਮੈਂ ਕੋਲੋਂ ਦੀ ਆਖਿਆ, ਮੈਂ ਵੱਡੀ ਗੱਲ ਇਹੋ ਹੀ ਪੁੱਛਣਾ ਚਾਹੁੰਦੀ ਹਾਂ ਕਿ ਉਸ ਕਾਰਖਾਨੇ 'ਚ ਜਿੱਥੇ ਲੋਕਾਂ ਲਈ ਕਈ ਤਰ੍ਹਾਂ ਦੇ ਜੰਤਰ ਤੇ ਮੰਤਰ ਘੜੇ ਜਾਂਦੇ ਨੇ, ਉਸ ਕਾਰਖਾਨੇ ਦੇ ਮਾਲਕ ਕੌਣ ਨੇ? ਜਿਹੜੇ ਜ਼ੋਰਾਵਰ ਨੇ ਉਹਨਾਂ ਦਾ ਮੰਤਵ ਹੁੰਦਾ ਹੈ ਹਕੂਮਤ, ਪਰ ਜਿਹੜੇ ਜ਼ੋਰਾਵਰ ਨਹੀਂ ਬਣ ਸਕਦੇ ਉਹਨਾਂ ਦਾ ਮੰਤਵ ਕੀ ਹੁੰਦਾ? ਹਕੂਮਤ। ਪਰ ਹਕੂਮਤ ਤਾਂ ਸਿਰਫ ਜ਼ੋਰਾਵਰ ਲੋਕ ਕਰ ਸਕਦੇ ਨੇ, ਸਰੀਰ ਉੱਤੇ, ਆਤਮਾ ਉੱਤੇ ਨਹੀਂ। ਜ਼ੋਰਾਵਰ ਲੋਕ ਕਿਸੇ ਦੇ ਸਰੀਰ ਨੂੰ ਗੁਲਾਮ ਬਣਾਉਂਦੇ ਨੇ, ਅਸੀਂ ਆਤਮਾ ਨੂੰ ਗੁਲਾਮ ਬਣਾਉਂਦੇ ਹਾਂ। ਪਰ ਜਿਹੜੇ ਲੋਕ ਤੁਹਾਡੇ ਕੋਲ ਆਉਂਦੇ ਨੇ ਉਹ ਆਤਮਾ ਦੀ ਸੁਤੰਤਰਤਾ ਵਾਸਤੇ ਆਉਂਦੇ ਨੇ। ਜਿਹਨੇ ਲੋਕਾਂ ਨੂੰ ਆਤਮਾ ਦੀ ਸੁਤੰਤਰਤਾ ਚਾਹੀਦੀ ਹੋਵੇ ਉਹ ਕਿਸੇ ਕੋਲ ਨਹੀਂ ਜਾਂਦੇ। ਪਰ ਜਿਹੜੇ ਸਾਦਾ ਲੋਕ ਤੁਹਾਨੂੰ ਲੱਭ ਕੇ ਤੁਹਾਡੇ ਕੋਲ ਆਉਂਦੇ ਨੇ, ਇਹ ਬੜੀ ਸੌਖੀ ਜਿਹੀ ਗੱਲ ਹੈ। ਉਹਨਾਂ ਦੀ ਆਤਮਾ ਨਿਰਬਲ ਹੁੰਦੀ ਹੈ। ਅਸੀਂ ਉਹਨਾਂ ਦੀ ਆਤਮਾ 'ਚ ਇੱਕ ਦੋ ਇਹੋ ਜਿਹੇ ਕੀੜੇ ਪਾ ਦਿੰਦੇ ਹਾਂ ਜਿਹੜੇ ਦਿਨੇ ਰਾਤ ਉਹਨਾਂ ਦੀ ਆਤਮਾ ਨੂੰ ਚੂੰਡਦੇ ਰਹਿੰਦੇ ਨੇ। ਪੀੜ ਦਾ ਦਾਰੂ ਲੱਭਣ ਵਾਸਤੇ ਉਹਨਾਂ ਨੂੰ ਬਾਰ-ਬਾਰ ਸਾਡੀ ਲੋੜ ਪੈਂਦੀ ਹੈ ਅਤੇ ਇਸ ਤਰ੍ਹਾਂ ਉਹ ਹਮੇਸ਼ਾ ਵਾਸਤੇ ਸਾਡੇ ਹੱਥਬੱਧੀ ਗੁਲਾਮ ਹੋ ਜਾਂਦੇ ਨੇ। ਉਹਨਾਂ ਕੀੜਿਆਂ ਦੇ ਨਾਂ ਕੀ ਨੇ? ਗੁਨਾਹ ਦਾ ਅਹਿਸਾਸ ਅਤੇ ਉਹਦੀ ਸਜ਼ਾ ਦਾ ਡਰ। ਇਸ ਤਰ੍ਹਾਂ ਉਹ ਸਾਰੀ ਉਮਰ ਹੀਣੇ ਹੋ ਕੇ ਜਿਉਂਦੇ ਨੇ ਅਤੇ ਉਹਨਾਂ ਦਾ ਸਿਰ ਸਾਡੇ ਪੈਰਾਂ ਉੱਤੇ ਹਮੇਸ਼ਾ ਵਾਸਤੇ ਨਿਉ ਜਾਂਦਾ ਹੈ। ਨਾ ਉਹਨਾਂ ਦੀਆਂ ਜਿਸਮਾਨੀ ਲੋੜਾਂ ਕਦੇ ਮੁੱਕਦੀਆਂ ਨੇ ਅਤੇ ਨਾ ਗੁਨਾਹਾਂ ਦਾ ਅਹਿਸਾਸ ਕਦੇ ਮੁੱਕਦਾ ਹੈ। ਪਰ ਉਹ ਕਦੇ ਅਜ਼ਮਾ ਕੇ ਨਹੀਂ ਵੇਖ ਲੈਂਦੇ ਕਿ ਉਹਨਾਂ ਦਾ ਗੁਨਾਹ ਅਸਲ 'ਚ ਕੋਈ ਗੁਨਾਹ ਨਹੀਂ ਅਤੇ ਇਸ ਲਈ ਉਹਨਾਂ ਦੀ ਸਜ਼ਾ ਦਾ ਕੋਈ ਕਾਰਨ ਨਹੀਂ। ਪਹਿਲੀ ਗੱਲ ਇਹ ਹੈ ਕਿ ਜਿਹਦਾ ਸਿਰ ਨਿਵਿਆ ਹੋਵੇ ਉਹ ਕਦੇ ਕੁਝ ਅਜ਼ਮਾ ਕੇ ਨਹੀਂ ਵੇਖ ਸਕਦਾ। ਅਤੇ ਦੂਜੀ ਗੱਲ ਇਹ ਕਿ ਡਰਾਵਾ ਅਸੀਂ ਉਸ ਨਰਕ ਦਾ ਦਿੰਦੇ ਹਾਂ ਜਿਹੜਾ ਅਗਲੇ ਜਨਮ 'ਚ ਹੀ ਅਜ਼ਮਾਇਆ ਜਾ ਸਕਦਾ ਹੈ, ਇਸ ਜਨਮ 'ਚ ਨਹੀਂ। ਅਸੀਂ ਕੋਈ ਵੀ ਸੌਦਾ ਨਗਦ ਨਹੀਂ ਕਰਦੇ, ਸਾਰਾ ਉਧਾਰ ਕਰਦੇ ਹਾਂ। ਸਵਰਗ ਦਾ ਲਾਰਾ ਵੀ ਉਧਾਰ, ਨਰਕ ਦਾ ਡਰਾਵਾ ਵੀ ਉਧਾਰ। ਅਸੀਂ ਉਹਨਾਂ ਨੂੰ ਪਹਿਲੇ ਦੁੱਖ ਪਿੱਛੋਂ ਸੁੱਖ ਵਾਲੀ ਇਹੋ ਜਿਹੀ ਗੱਲ ਸਿਖਾ ਦਿੰਦੇ ਹਾਂ ਕਿ ਉਹਨਾਂ ਦੀ ਸਾਰੀ ਉਮਰ ਦੁੱਖਾਂ ਦੀ ਆਰ 'ਚ ਹੀ ਲੱਗੀ ਰਹਿੰਦੀ ਹੈ। ਵਿਭੂਤੀ ਨਾਲ ਲਿੱਪੇ ਹੋਏ ਮੂੰਹ 'ਚੋਂ ਖਿੜ ਕੇ ਹੱਸਣ ਦੀ ਆਵਾਜ਼ ਆਈ। ਇਸ ਹਾਸੇ ਨਾਲ ਮੇਰੇ ਸਿਰ ਨੂੰ ਇੱਕ ਚੱਕਰ ਆ ਗਿਆ ਅਤੇ ਮੈਂ ਚਾਂਦਨੀ ਨੂੰ ਇਸ਼ਾਰਾ ਕੀਤਾ ਕਿ ਮੈਨੂੰ ਇੱਥੋਂ ਕਿਤੇ ਪਰੇ ਲੈ ਜਾਏ। ਮੈਂ ਤੇ ਚਾਂਦਨੀ ਜਦੋਂ ਇੱਕ ਵੀਰਾਨ ਥਾਂ 'ਤੇ ਜਾ ਕੇ ਬੈਠ ਗਈਆਂ ਤਾਂ ਚਾਂਦਨੀ ਨੇ ਮੈਨੂੰ ਪੁੱਛਿਆ, ਵੇਖ ਲਿਆ ਜੋ ਕੁਝ ਵੇਖਣਾ ਸੀ? ਆਪਣੇ ਕੰਨਾਂ ਨਾਲ ਸੁਣ ਲਿਆ? ਇਹ ਕਿਸੇ ਇੱਕ ਮੁਲਕ ਦੀ ਗੱਲ ਨਹੀਂ, ਇਹ ਸਾਡੀ ਦੁਨੀਆ 'ਚ ਜਿੱਥੇ ਵੀ ਜੋ ਕੁਝ ਗਲਤ ਹੈ ਮੈਂ ਉਹਦੇ ਦੋ ਕਾਰਨ ਵੇਖ ਕੇ ਆਈ ਹਾਂ। ਦੋ ਕਾਰਨ, ਇੱਕ ਬਲੀ ਅਤੇ ਇੱਕ ਵਲੀ। ਮੰਤਵ ਦੋਹਾਂ ਦਾ ਇੱਕੋ ਹੈ ਪਰ ਰਸਤੇ ਵੱਖੋ ਵੱਖ ਨੇ। ਦੋਹਾਂ ਦੇ ਦੋ ਰਸਤੇ। ਇੱਕ ਰਸਤਾ ਲੋਕਾਂ ਦੇ ਸਰੀਰ 'ਤੇ ਹੁਕੂਮਤ ਕਰਨ ਵਾਲਾ ਹੈ, ਦੂਜਾ ਲੋਕਾਂ ਦੀ ਆਤਮਾ ਉੱਤੇ। ਮੈਂ ਤੈਨੂੰ ਇਹ ਦੋਵੇਂ ਰਸਤੇ ਬੇਨਕਾਬ ਕਰਕੇ ਵਿਖਾ ਦਿੱਤੇ ਨੇ। ਮੈਂ ਆਪਣਾ ਇਕਰਾਰ ਪੂਰਾ ਕਰ ਦਿੱਤਾ ਹੈ। ਮੈਂ ਅਜੇ ਚਾਂਦਨੀ ਦਾ ਸ਼ੁਕਰੀਆ ਵੀ ਨਹੀਂ ਸੀ ਕੀਤਾ ਅਤੇ ਉਹ ਤੀਸਰੇ ਰਸਤੇ ਦੀ ਗੱਲ ਸੋਚਦੀ ਪਈ ਸਾਂ, ਜਿਹੜੇ ਰਾਹ ਉੱਤੇ ਮਨੁੱਖ ਸਰੀਰਕ ਤੌਰ ਉੱਤੇ ਵੀ ਅਤੇ ਮਾਨਸਿਕ ਤੌਰ ਉੱਤੇ ਵੀ ਸੁਤੰਤਰ ਹੋ ਕੇ ਤੁਰ ਸਕੇਗਾ, ਕਿ ਚਾਂਦਨੀ ਲੋਪ ਹੋ ਗਈ। ਕੁਝ ਚਿਰ ਪਿੱਛੋਂ ਮੈਂ ਵੇਖਿਆ ਸੂਰਜ ਦੀ ਪਹਿਲੀ ਕਿਰਨ ਅਸਮਾਨ ਉੱਤੋਂ ਉਤਰ ਕੇ ਧਰਤੀ ਉੱਤੇ ਹੌਲੀ-ਹੌਲੀ ਪੱਬ ਧਰਦੀ ਪਈ ਸੀ।
ਸੂਰਜ ਦੀਆਂ ਕਿਰਨਾਂ ਧਰਤੀ ਉੱਤੇ ਚਾਨਣ ਵੰਡਦੀਆਂ ਪਈਆਂ ਸਨ। ਜਿਸ ਵੇਲੇ ਮੈਂ ਬੀਤੀ ਰਾਤ ਦੇ ਤਜਰਬੇ ਨੂੰ ਇੱਕ ਨਜ਼ਮ 'ਚ ਲਿਖਿਆ, ਇਸ ਨਜ਼ਮ ਦਾ ਨਾਂ ਮੈਂ ਤੀਸਰੀ ਕਸਮ ਰੱਖਿਆ। ਜਿੰਦ ਕੁੜੀ ਨੂੰ ਕਸਮ ਪਹਿਲੜੀ, ਬਲੀ ਨਾਮ ਦਾ ਇੱਕ ਸੀ ਬੰਦਾ, ਆਪ ਹੁਦਰਾ ਖੜਛਿੰਦਾ। ਪਹਿਲਾ ਸੱਚ ਜਿਹਦਾ ਸੀ ਹੂਰਾ, ਅੰਤਮ ਸੱਚ ਜਿਹਦਾ ਸੀ ਮੁੱਕਾ। ਜਿੰਦ ਕੁੜੀ ਦਾ ਮਾਸ ਚੱਕ ਕੇ, ਮੁੱਠੀ ਦੇ ਵਿੱਚ ਸੋਨਾ ਦੇ ਕੇ, ਛਾਤੀ ਉੱਤੇ ਪੈਰ ਰੱਖ ਕੇ ਜ਼ਰੀ ਦੁਸ਼ਾਲੇ ਤਾਣ ਬੋਲਿਆ, ਤੂੰ ਮੇਰੀ ਹਸ਼ਰਾਂ ਤੋਂ ਤੀਵੀਂ, ਤੂੰ ਮੇਰੇ ਲਈ ਜੰਮੀ ਜੀਵੀ, ਤੂੰ ਨਾ ਹੋਰ ਕਿਸੇ ਦੀ ਹੋਵੀਂ। ਇੰਨਾ ਕਹਿ ਕੇ ਕਸਮ ਖੁਆ ਕੇ ਜਿੰਦ ਕੁੜੀ ਨੂੰ ਮਹਿਲੀਂ ਪਾ ਕੇ ਚੌਪਟ ਖੇਡਣ ਬੈਠ ਗਿਆ ਉਹ। ਜਿੰਦ ਕੁੜੀ ਨੂੰ ਕਸਮ ਦੂਸਰੀ, ਵਲੀ ਨਾਂ ਦਾ ਇੱਕ ਸੀ ਬੰਦਾ, ਬਗਲੀ ਦੇ ਵਿੱਚ ਪਾਇਆ ਜਿਸਨੇ, ਇੱਕ ਭਰੋਸਾ ਨੇਤਰਹੀਣਾ, ਇੱਕ ਚੇਤਨਾ ਸਿੱਧੋਹੀਣੀ। ਰਿੱਧੀ ਦਾ ਇੱਕ ਧਾਗਾ ਲੈ ਕੇ, ਸਿੱਧੀ ਦੀ ਇੱਕ ਸੂਈ ਲੈ ਕੇ, ਜਿੰਦ ਕੁੜੀ ਦੀ ਜੀਭ ਸਿਉਂ ਕੇ ਕੰਨਾਂ ਵਿੱਚ ਗੁਰਮੰਤਰ ਦਿੱਤਾ। ਭਟਕੀ ਹੋਈ ਆਤਮਾ ਬੱਚਾ, ਜੋ ਕੁਝ ਦਿਸੇ ਉਹੀਓ ਕੱਚਾ, ਜੋ ਨਾ ਦਿਸੇ ਉਹੀਓ ਸੱਚਾ। ਇੰਨਾ ਕਹਿ ਕੇ ਕਸਮ ਖੁਆ ਕੇ ਜਿੰਦ ਕੁੜੀ ਨੂੰ ਭੋਰੇ ਪਾ ਕੇ ਲਾਣ ਸਮਾਧੀ ਬੈਠ ਗਿਆ ਉਹ। ਭੁੱਖੀ ਭਾਣੀ ਜਿੰਦ ਕੁੜੀ ਨੇ ਸੋਨੇ ਨੂੰ ਇੱਕ ਚੱਕ ਮਾਰਿਆ, ਮਿੱਟੀ ਨੂੰ ਇੱਕ ਚੱਕ ਮਾਰਿਆ, ਦੋਵੇਂ ਕਸਮਾਂ ਭੰਨ ਕੇ ਬੋਲੀ, ਮੇਰੇ ਆਪਣੇ ਮੱਥੇ ਅੰਦਰ ਤੀਜਾ ਨੇਤਰ ਖੁੱਲ੍ਹ ਰਿਹਾ ਹੈ। ਦੂਰ ਸੱਜਣ ਦੇ ਤੇ ਰਾਹ ਦੁਹੇਲਾ, ਆਪੇ ਗੁਰੂ ਤੇ ਆਪੇ ਚੇਲਾ, ਤੀਜੀ ਕਸਮ ਖਾਣ ਦਾ ਵੇਲਾ। ਅੱਜ ਮੈਂ ਜ਼ਿੰਦਗੀ ਨੂੰ ਤੀਸਰੀ ਕਸਮ ਖਾਂਦਿਆਂ ਸੁਣ ਰਹੀ ਹਾਂ ਤੇ ਨਾਲ ਹੀ ਸੋਚ ਰਹੀ ਹਾਂ ਕਿ ਤੀਸਰੀ ਕਸਮ ਖਾਣ ਦਾ ਇਹ ਵੇਲਾ ਕਿੰਨੇ ਚਿਰ ਪਿੱਛੋਂ ਆਉਂਦਾ ਹੈ, ਕਿੰਨਿਆਂ ਉਨੀਂਦਰਿਆਂ ਨੂੰ ਝਾਗਣ ਪਿੱਛੋਂ ਤੇ ਕਿੰਨਿਆਂ ਸੁਪਨਿਆਂ ਨੂੰ ਆਤਮਘਾਤ ਕਰਦਿਆਂ ਵੇਖਣ ਪਿੱਛੋਂ। ਅੱਜ ਜਾਪਦਾ 25 ਵਰ੍ਹੇ ਪਹਿਲੋਂ ਮੇਰੀ ਕਲਮ ਨੇ ਜਿਹੜੇ ਕਦਮ ਚੁੱਕੇ ਸਨ, ਉਹ ਪਹਿਲੇ ਕਦਮ ਵੀ ਇਸੇ ਤੀਸਰੇ ਰਸਤੇ ਦੀ ਤਲਾਸ਼ ਵਿੱਚ ਸਨ ਤੇ ਫਿਰ ਸਾਰੇ ਕਦਮ ਇਸੇ ਰਸਤੇ ਦੀ ਤਲਾਸ਼ ਕਰਦੇ ਰਹੇ। ਤਲਾਸ਼ ਜ਼ਰੂਰ ਸੀ, ਭਾਵੇਂ ਉਦੋਂ ਮੈਂ ਇਸ ਤਲਾਸ਼ ਦਾ ਕੋਈ ਨਾਂ ਨਹੀਂ ਸੀ ਰੱਖ ਸਕਦੀ। ਅੱਜ ਇਹਦਾ ਨਾਂ ਰੱਖਦੀ ਹਾਂ, ਤੀਸਰਾ ਰਸਤਾ। ਧੰਨਵਾਦ।